रूस से यूक्रेन 'ਚ शुरू हुई जंग तो बाद यूक्रेन ਦੇ ਵਿੱਚ ਪੜ੍ਹਾਈ ਲਈ ਗਏ ਬੱਚਿਆਂ ਦੇ ਮਾਪੇ ਫਿਕਰਮੰਦ ਨੇ ਤੇ ਉਹਨਾਂ ਵੱਲੋਂ ਲਗਾਤਾਰ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਇਸ ਵਿਚਕਾਰ ਕੁਝ ਵਿਦਿਆਰਥੀ ਯੂਕਰੇਨ ਤੋਂ ਸਹੀ ਸਲਾਮਤ ਵਾਪਸ ਆਪਣੇ ਘਰ ਵੀ ਪਰਤ ਰਹੇ ਨੇ। ਜੀ ਹਾਂ, ਇਹਨਾਂ ਵਿੱਚ ਨੂਰਪੁਰ ਬੇਦੀ ਦੀ ਪਿੰਡ ਜੱਟਪੁਰਾ ਦੀ ਸਿਮਰਜੀਤ ਕੌਰ ਵੀ ਸ਼ਾਮਿਲ ਹੈ ਜੋ MBBS ਦੀ ਪੜ੍ਹਾਈ ਕਰਨ ਲਈ ਯੂਕਰੇਨ ਗਈ ਸੀ। ਉਹ ਬੀਤੇ ਦਿਨੀ ਆਪਣੇ ਘਰ ਵਾਪਸ ਸਹੀ ਸਲਾਮਤ ਪਰਤੀ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਕੌਰ ਨੇ ਉੱਥੋਂ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਕਦੋਂ ਵਾਪਸ ਆਏ ਤੁਸੀਂ ਇੱਥੋਂ ਵਾਪਸ, ਕਿਸ ਤਰ੍ਹਾਂ ਦੇ ਹਾਲਾਤ, ਕਿੱਦਾਂ ਦੀ ਚੀਜ਼ਾਂ ਤੁਹਾਨੂੰ ਫੇਸ ਕਰਨੀ ਪਈਆਂ, ਡਿਟੇਲ ਵਿੱਚ ਪਲੀਜ਼ ਦੱਸ ਦਿਓ। देखो, मैं 1 मार्च ਨੂੰ ਇੱਥੇ ਵਾਪਸ ਆਈ ਹਾਂ। ਮੇਰੀ ਮੁੰਬਈ ਦੀ ਫਲਾਈਟ ਸੀ, ਉਸ ਤੋਂ ਬਾਅਦ ਸਾਡੀ ਡੋਮੈਸਟਿਕ ਫਲਾਈਟ ਹੋਈ ਚੰਡੀਗੜ੍ਹ ਤੇ ਮੈਂ 1 ਮਾਰਚ ਨੂੰ ਵਾਪਸ ਆ ਗਈ ਸੀ ਆਪਣੇ ਘਰੇ। ਫਸਟ ਆਫ ਆਲ ਮਤਲਬ ਜਦੋਂ ਅਸੀਂ ਉੱਥੇ ਸੀਗੇ ਤਾਂ 18 ਤੱਕ ਸਾਨੂੰ ਨਿਊਜ਼ ਆਈ ਕਿ ਅਟੈਕ ਹੋ ਸਕਦਾ ਹੈ ਰਸ਼ੀਆ ਦਾ, ਪਰ ਅਸੀਂ ਬਿਲਕੁਲ ਫਰੀਲੀ ਸੀਗੇ ਕਿ ਸਾਨੂੰ ਇੰਨਾ ਕੁਝ ਪੈਨਿਕ ਨਹੀਂ ਸੀਗਾ ਤੇ ਅਸੀਂ ਨੋਰਮਲ ਸੀ ਸਾਰੇ। ਤੇ ਜਿਸ ਸਟੇਟ 'ਚ ਮੈਂ ਸੀਗੀ ਤੇ ਉੱਥੇ ਜ਼ਿਆਦਾ ਇੱਦਾਂ ਦਾ ਕੁਛ ਮਾਹੌਲ ਨਹੀਂ ਸੀ, ਸਾਰਾ ਕੁਛ ਨੋਰਮਲ ਸੀ ਸਰ। ਕਿ ਸਾਨੂੰ ਲੱਗ ਰਿਹਾ ਸੀ ਸ਼ਾਇਦ ਫੇਕ ਨਿਊਜ਼ ਹੋਏ, ਪਰ ਜਦੋਂ ਇੰਡੀਅਨ ਐਮਬੈਸੀ ਦੀ ਐਡਵਾਈਜ਼ਰੀ ਆਈ ਕਿ ਤੁਸੀਂ ਚਲੇ ਜਾਓ, ਵੀ ਸੇਫ, ਵੀ ਆਪਣੀ ਕੰਟਰੀ 'ਚ ਹੋਵੋਗੇ ਤਾਂ ਤੁਸੀਂ ਸੇਫ ਹੋਵੋਗੇ ਕਿ ਅਗਰ ਬਾਈ ਚਾਂਸ ਕੁਛ ਹੋਇਆ, ਅਗਰ ਅਟੈਕ ਹੋਏਗਾ, ਬਿਕੋਜ਼ ਕਿਸੇ ਨੂੰ ਪਤਾ ਨਹੀਂ ਸੀ ਅਟੈਕ ਹੋਏਗਾ। ਫਿਰ ਉਸ ਤੋਂ ਬਾਅਦ ਪਰ ਜਦੋਂ ਸਾਨੂੰ ਪਤਾ ਲੱਗਿਆ ਉਦੋਂ ਫਲਾਈਟਸ ਵਗੈਰਾ ਬੰਦ ਹੋ ਗਈਆਂ ਤੇ ਸਾਨੂੰ 24 ਨੂੰ ਪਤਾ ਲੱਗਿਆ ਕਿ ਇੱਥੇ ਅਟੈਕ ਹੋ ਗਿਆ ਹੈ। ਫਿਰ ਅਸੀਂ ਸਾਰਾ ਕੁਝ ਅਰੇਂਜ ਕੀਤਾ, ਸਾਡੇ ਫਰੈਂਡਸ ਨੇ ਫ਼ੋਨ ਕੀਤਾ ਕਿ ਤੁਸੀਂ ਪਲੀਜ਼ ਆਪਣਾ ਸਾਰਾ ਸਮਾਨ ਜੋ ਵੀ ਇੰਪੋਰਟੈਂਟ ਡਾਕੂਮੈਂਟਸ ਵਗੈਰਾ ਰੱਖ ਲਓ, ਸਾਨੂੰ ਕਿਸੇ ਵੀ ਟਾਈਮ ਇੱਥੋਂ ਜਾਣਾ ਪਏਗਾ। ਤੇ ਅਸੀਂ ਸਾਰਾ ਕੁਝ ਜੋ ਵੀ ਅਰੇਂਜਮੈਂਟ ਕੀਤਾ ਤੇ ਅਸੀਂ 24 ਨੂੰ ਵੇਟ ਕਰ ਰਹੇ ਸੀਗੇ ਕਿ ਕਦੋਂ ਕੁਛ ਵੀ ਕੋਈ ਵੀ ਸਾਨੂੰ ਨਿਊਜ਼ ਮਿਲੇ ਤੇ ਅਸੀਂ ਇੱਥੋਂ ਜਾਈਏ, ਇੰਡੀਅਨ ਐਮਬੈਸੀ ਕੁਝ ਸਾਨੂੰ ਹੈਲਪ ਭੇਜੇਗੀ ਤਾਂ ਅਸੀਂ ਇੱਥੋਂ ਬਾਹਰ ਨਿਕਲ ਜਾਵਾਂਗੇ। ਪਰ ਅਸੀਂ 24 ਨੂੰ ਵੇਟ ਕੀਤਾ, 25 ਨੂੰ ਵੀ ਉੱਥੇ ਹੀ ਵੇਟ ਕੀਤਾ। ਫਿਰ ਅਸੀਂ ਆਪਣੇ ਆਪ ਖੁਦ ਸੀਨੀਅਰਸ ਵਗੈਰਾ ਜੋ ਵੀ ਉੱਥੇ ਸੀਗੇ ਉਹਨਾਂ ਨੇ ਸਾਨੂੰ ਬੋਲਿਆ ਕਿ ਇਹ ਸਾਡੀ ਇੰਡੀਅਨ ਐਮਬੈਸੀ ਸਾਨੂੰ ਕੋਈ ਹੈਲਪ ਨਹੀਂ ਭੇਜੇਗੀ, ਇੱਥੇ ਸਾਨੂੰ ਆਪਣੇ ਆਪ ਹੀ ਇੱਥੋਂ ਬੋਰਡਰ ਤੱਕ ਜਾਣਾ ਪਏਗਾ। ਫਿਰ ਸਾਡੇ ਸੀਨੀਅਰਸ ਵਗੈਰਾ ਨੇ ਬੱਸਿਸ ਵਗੈਰਾ ਅਰੇਂਜ ਕੀਤੀਆਂ। ਫਿਰ ਸਾਡਾ ਜਿਹੜਾ ਗਰੁੱਪ ਸੀ, ਆਪਾਂ 5 ਜਣੇ ਸੀਗੇ ਗਰੁੱਪ 'ਚ, ਅਸੀਂ ਡਿਸਾਈਡ ਕੀਤਾ ਕਿ ਹਾਂ ਅਸੀਂ ਚੱਲਦੇ ਹਾਂ। ਬਿਕੋਜ਼ ਉਹਨੇ ਸਾਨੂੰ ਪਹਿਲੀ ਬੋਲਿਆ ਕਿ ਤੁਸੀਂ ਆਪਣੇ ਆਪ, ਤੁਹਾਨੂੰ ਆਪਣੀ ਰਿਸਪੋਂਸੀਬਿਲਿਟੀ ਲੈ ਕੇ ਜਾਣਾ ਪਏਗਾ। ਅਗਰ ਤੁਹਾਨੂੰ ਰਸਤੇ 'ਚ ਕੁਛ ਵੀ ਹੋ ਗਿਆ, ਅਗਰ ਤੁਹਾਨੂੰ ਬਿਲਕੁਲ 1% ਵੀ ਅਗਰ ਡਾਊਟ ਹੈ ਕਿ ਅਸੀਂ ਉੱਥੇ ਪਹੁੰਚਾਂਗੇ ਬੋਰਡਰ 'ਤੇ ਜਾਂ ਨਹੀਂ, ਤਾਂ ਤੁਸੀਂ ਪਲੀਜ਼ ਨਾ ਜਾਓ ਸਾਡੇ ਨਾਲ। ਅਗਰ ਤੁਸੀਂ ਜਾ ਰਹੇ ਹੋ ਤਾਂ ਆਪਣੀ ਰਿਸਪੋਂਸੀਬਿਲਿਟੀ 'ਤੇ ਜਾਓ। ਫਿਰ ਅਸੀਂ ਜਿਵੇਂ ਵੀ ਕਰਕੇ, ਬਿਕੋਜ਼ ਸਾਨੂੰ ਪਤਾ ਸੀ ਅਟੈਕ 'ਤੇ ਹੋਏਗਾ ਓਡੇਸਾ, ਬਿਕੋਜ਼ ਲਾਸਟ ਸੀ ਓਡੇਸਾ ਸਿਟੀ ਅਤੇ ਉੱਥੇ ਅਟੈਕ 'ਤੇ ਹੋਣਾ ਹੀ ਸੀ। ਬਿਕੋਜ਼ ਜੋ ਬਾਕੀ ਸਿਟੀਜ਼ ਸੀਗੀਆਂ ਖਾਰਕਿਵ ਅਤੇ ਕੀਵ, ਉੱਥੇ ਸਭ ਤੋਂ ਪਹਿਲਾਂ ਅਟੈਕ ਹੋਇਆ ਸੀ ਅਤੇ ਉੱਥੇ ਕਾਫੀ ਬੱਚੇ ਸੀਗੇ, ਉਹ ਬੰਕਰਸ 'ਚ ਬੈਠੇ ਹੋਏ ਸੀ। ਅਤੇ ਅਸੀਂ ਉੱਥੋਂ 26 ਨੂੰ ਉੱਥੋਂ ਅਸੀਂ ਓਡੇਸਾ ਤੋਂ ਚੱਲੇ, ਬੱਸਿਸ ਵਗੈਰਾ ਚੱਲੀਆਂ ਅਤੇ ਅਸੀਂ 27 ਨੂੰ ਦੁਪਹਿਰ ਅਤੇ 2-3 ਵਜੇ ਅਸੀਂ ਬੋਰਡਰ ਦੇ ਕੋਲ ਪਹੁੰਚੇ। ਫਿਰ ਉੱਥੋਂ ਅਸੀਂ 10 ਕਿਲੋਮੀਟਰ ਪੈਦਲ ਚੱਲ ਕੇ ਬੋਰਡਰ ਪਹੁੰਚੇ ਅਤੇ ਲੱਕਲੀ ਅਸੀਂ ਬੋਰਡਰ ਕਰੋਸ ਕਰਕੇ ਉੱਥੇ ਰੋਮੇਨੀਆ ਅੰਦਰ ਐਂਟਰ ਹੋਏ। ਅਤੇ ਰੋਮੇਨੀਆ ਵਿੱਚ ਸਾਨੂੰ ਬਹੁਤ ਵਧੀਆ ਹੋਸਪੀਟਲਾਈਜ਼, ਮਤਲਬ ਬਹੁਤ ਵਧੀਆ ਫੈਸਿਲਿਟੀਜ਼ ਸੀਗੀਆਂ। ਉਹਨੇ ਸਿਮਸ ਵਗੈਰਾ ਸਾਨੂੰ ਅਰੇਂਜ ਕਰਾਈਆਂ, ਕੱਪੜੇ ਦਿੱਤੇ, ਬਲੈਂਕਟਸ ਦਿੱਤੇ, ਰਜਾਈਆਂ ਦਿੱਤੀਆਂ, ਸ਼ੈਲਟਰ। ਲਾਸਟ ਵਿੱਚ ਇੰਡੀਅਨ ਗਵਰਨਮੈਂਟ ਨੂੰ ਕੀ ਰਿਕੁਐਸਟ ਕਰੋਗੇ? ਮੈਂ ਰਿਕੁਐਸਟ ਕਰਦੀ ਹਾਂ ਇੰਡੀਅਨ ਐਮਬੈਸੀ ਨੂੰ ਕਿ ਪਲੀਜ਼ ਜੋ ਬੱਚੇ ਕੀਵ ਅਤੇ ਖਾਰਕਿਵ 'ਚ ਨੇ ਉਹਨਾਂ ਨੂੰ ਪਲੀਜ਼ ਤੁਸੀਂ ਕੱਢੋ। ਬਿਕੋਜ਼ ਉਹ ਬੰਕਰਸ 'ਚ ਬੈਠੇ ਨੇ, ਉਹ ਪਤਾ ਨਹੀਂ ਕਿੰਨੇ ਹਫ਼ਤਿਆਂ ਤੋਂ ਉੱਥੇ ਬੈਠੇ ਨੇ। ਉਹਨਾਂ ਕੋਲ ਨਾ ਫੂਡ ਹੈ, ਨਾ ਕੋਈ ਇਨਫੋਰਮੇਸ਼ਨ ਹੈ ਵੀ ਉਹ ਕਿਵੇਂ ਆ ਸਕਣ ਉੱਥੋਂ, ਬਿਕੋਜ਼ ਉੱਥੇ ਕੋਈ ਟਰਾਂਸਪੋਰਟੇਸ਼ਨ ਨਹੀਂ ਹੈ, ਕੋਈ ਉਹਨਾਂ ਨੂੰ ਲੀਡ ਕਰਨ ਲਈ ਨਹੀਂ ਹੈ। ਬੱਚੇ ਆਪਣੇ ਆਪ ਹੀ ਉੱਥੇ ਫਸੇ ਹੋਏ ਨੇ ਅਤੇ ਪਲੀਜ਼ ਉਹਨਾਂ ਨੂੰ ਜਲਦ ਤੋਂ ਜਲਦ ਕੱਢਿਆ ਜਾਏ। ਅਤੇ ਜਿਹੜੇ ਬੋਰਡਰਸ 'ਤੇ ਬੈਠੇ ਨੇ ਉਹਨਾਂ ਨੂੰ ਵੀ ਪਲੀਜ਼ ਅੰਦਰ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੂੰ ਬੋਲਿਆ ਕਿ ਉਹਨਾਂ ਨੂੰ ਅਸੈਪਟ ਕੀਤਾ ਜਾਏ ਅਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਏਅਰਪੋਰਟਸ 'ਤੇ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਫਲਾਈਟਸ ਭੇਜ ਕੇ ਉਹਨਾਂ ਨੂੰ ਰੈਸਕਿਊ ਕੀਤਾ ਜਾਏ ਪਲੀਜ਼। ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਨਜੀਤ ਕੌਰ ਦੇ ਮਾਤਾ ਪਿਤਾ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਾਕੀ ਬਚੇ ਵਿਦਿਆਰਥੀਆਂ ਨੂੰ ਵੀ ਭਾਰਤ ਸਰਕਾਰ ਦੇ ਵੱਲੋਂ ਜਲਦ ਤੋਂ ਜਲਦ ਸਹੀ ਸਲਾਮਤ ਭਾਰਤ ਦੇ ਵਿੱਚ ਵਾਪਸ ਲਿਆਂਦਾ ਜਾਵੇ। ਬੇਟੀ ਘਰ ਵਾਪਸ ਪਹੁੰਚ ਗਈ ਹੈ, ਕਿੱਦਾਂ ਦਾ ਮਹਿਸੂਸ ਪਹਿਲਾਂ ਕਰ ਰਹੀ ਸੀ, ਅੱਜ ਕਿਆ ਮਹਿਸੂਸ ਕਰ ਰਹੇ ਹੋ? ਪਹਿਲੇ ਤਾਂ ਬਹੁਤ ਟੈਨਸ਼ਨ ਵਿੱਚ ਸੀਗੇ ਸਾਰੇ ਹੀ ਪਰਿਵਾਰ, ਅਤੇ ਹਰ ਵਕਤ ਟੈਨਸ਼ਨ ਦਾ ਮਾਹੌਲ ਬਣਿਆ ਰਹਿੰਦਾ ਸੀ ਘਰ ਵਿੱਚ। ਹੁਣ ਠੀਕ ਹੈ, ਨੋਰਮਲ ਹੈ ਆਪਣੇ ਘਰ ਵਿੱਚ ਸਾਰੇ। ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਆਪਣੇ ਆਪਣੇ ਘਰ ਆਉਣ, ਆਪਣੇ ਆਪਣੇ ਮਾਵਾਂ ਦੇ ਕੋਲ ਆਉਣ ਅਤੇ ਉਹਨਾਂ ਦੇ ਵੀ ਠੰਡ ਪਵੇ, ਘਰ ਵੱਸਦੇ ਰਹਿਣ,
ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ, ਉਹਨਾਂ ਦੇ ਵੀ ਘਰ ਖੁਸ਼ਹਾਲ ਹੋਣ, ਇਹੀ ਗੌਰਮੈਂਟ ਕੋਲੋਂ ਸਾਡੀ ਬੇਨਤੀ ਹੈ ਜੀ। ਬੱਚੀ ਘਰ ਵਾਪਸ ਆਈ, ਕਿਵੇਂ ਦਾ ਮਹਿਸੂਸ ਕਰ ਰਹੇ ਹੋ? ਬੱਚੀ ਘਰ ਵਾਪਸ ਆਈ ਜੀ, ਬਹੁਤ ਹੀ ਮਨ ਨੂੰ ਖੁਸ਼ੀ ਹੈ ਜੀ, ਤਸੱਲੀ ਹੈ ਜੀ ਵੀ ਚਲੋ ਆਪਣੀ ਬੇਟੀ ਆਪਣੀ ਅੱਖਾਂ ਦੇ ਸਾਹਮਣੇ ਆ ਗਈ ਜੀ। ਪਰ ਖੁਸ਼ੀ ਉਦੋਂ ਹੀ ਹੋਣੀ ਜਦੋਂ ਸਾਰੇ ਪੰਜਾਬ ਦੇ, ਸਾਰੇ ਇੰਡੀਆ ਦੇ ਬੱਚੇ ਜਿਹੜੇ ਆਪਣੇ ਆਪਣੇ ਘਰੇ ਬਹੁਤ ਜਲਦੀ ਪਹੁੰਚ ਜਾਣ, ਸੁੱਖ ਸਵੀਲੀ ਨਾਲ ਐਨ ਤੰਦਰੁਸਤੀ ਪਹੁੰਚਣ ਅਤੇ ਸਾਰੇ ਪਰਿਵਾਰਾਂ ਨੂੰ ਖੁਸ਼ਹਾਲੀ ਭਰਾ ਮਾਹੌਲ ਮਿਲੇ। ਅਤੇ ਮੇਰੀ ਤਾਂ ਇਹੀ ਕਾਮਨਾ ਹੈ ਇੰਡੀਆ ਗੌਰਮੈਂਟ ਨੂੰ ਕਿ ਜਿੱਦਾਂ ਸਾਡੀ ਬੱਚੀ ਹੈ ਤੁਸੀਂ ਮਦਦ ਕੀਤੀ ਹੈ, ਉਹਨਾਂ ਨੇ ਟਿਕਟਾਂ ਵਗੈਰਾ ਆਪ ਜਾਣੀ ਕਿ ਦਿੱਤੀਆਂ ਹੈਗੀਆਂ, ਸਾਡਾ ਕੋਈ ਖਰਚਾ ਨਹੀਂ ਹੋਇਆ। ਇਸੇ ਤਰ੍ਹਾਂ ਬਾਕੀ ਜਿਹੜੇ ਬੱਚੇ ਹੈਗੇ ਉਹਨਾਂ ਦਾ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਵੀ ਘਰ ਵਾਪਸੀ ਲਿਆਂਦਾ ਜਾਵੇ, ਤਾਂ ਕਿ ਸਾਰੇ ਪਰਿਵਾਰ ਹੈਗੇ ਜਿਹੜੇ ਉਹ ਖੁਸ਼ੀ ਖੁਸ਼ੀ ਆਪਣਾ ਜੀਵਨ ਜੀਣ। ਚਲੋ ਪੜ੍ਹਾਈ ਤਾਂ ਬਾਅਦ 'ਚੋਂ ਵੀ ਹੁੰਦੀ ਰਹੂਗੀ, ਪਹਿਲਾਂ ਤਾਂ ਬੰਦੇ ਦੀ ਸਿਹਤ ਜ਼ਰੂਰੀ ਹੈਗੀ। ਅਤੇ ਇਸ ਕਰਕੇ ਮੈਂ ਇਹੀ ਅਰਦਾਸ ਪ੍ਰਮਾਤਮਾ ਅੱਗੇ ਵੀ ਇਹੀ ਕਰਦਾ ਵੀ ਸੱਚੇ ਪਾਤਸ਼ਾਹ ਜਿੱਦਾਂ ਸਾਡੀ ਤੁਸੀਂ ਕੀਤਾ, ਇੱਦਾਂ ਸਾਰਿਆਂ ਦੀ ਮਦਦ ਕਰੋ ਅਤੇ ਸਾਰਿਆਂ ਨੂੰ ਹੀ ਤੁਸੀਂ ਤੰਦਰੁਸਤੀਆਂ ਬਖਸ਼ੋ। ਦੱਸਦੇ ਕਿ ਰੂਸ ਤੇ ਯੂਕਰੇਨ ਵਿਚਾਲੇ ਛਿੜੀ ਜੰਗ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਰੂਸ ਦੇ ਵੱਲੋਂ ਲਗਾਤਾਰ ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿਚਕਾਰ ਰੂਸ ਦੇ ਵੱਲੋਂ ਮਿਜ਼ਾਈਲੀ ਹਮਲੇ ਵੀ ਯੂਕਰੇਨ ਦੇ ਵਿੱਚ ਕੀਤੇ ਜਾ ਰਹੇ ਨੇ। ਉੱਥੇ ਹੀ ਤੁਹਾਨੂੰ ਦੱਸਦੇ ਕਿ ਯੂਕਰੇਨ 'ਚ ਫਸੇ ਹੋਏ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਦੇ ਵੱਲੋਂ ਦਿਨ ਰਾਤ ਇੱਕ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਵੱਲੋਂ ਭਾਰਤੀ ਹਵਾਈ ਸੈਨਾ ਦੇ ਜਹਾਜ਼ ਯੂਕਰੇਨ, ਰੋਮਾਨੀਆ, ਪੋਲੈਂਡ ਦੇ ਵਿੱਚ ਭੇਜੇ ਜਾ ਰਹੇ ਨੇ ਅਤੇ ਸਹੀ ਸਲਾਮਤ ਭਾਰਤੀ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਅਨੰਦਪੁਰ ਸਾਹਿਬ ਤੋਂ ਬੁੱਧ ਸਿੰਘ ਰਾਣਾ, ਪੰਜਾਬੀ ਲੋਕ ਚੈਨਲ।